ਖਾਂਦਾ ਪੀਂਦਾ ਤਾਂ ਖੁੱਲਾ ਹੀ ਹੋਣਾ ਹੈ। ਇਹੋ ਜਿਹਾ ਐਕਸਪੀਰੀਅੰਸ ਸੀਗਾ, ਬਿਲਕੁਲ ਨਾ ਵਰਗਾ ਐਕਸਪੀਰੀਅੰਸ ਸੀਗਾ। ਮੈਂ ਤੁਹਾਨੂੰ ਦੱਸਾਂ, ਇਹ ਨਾ ਪਹਿਲਾਂ ਰੱਖਿਆ ਹੀ ਨਹੀਂ ਸੀ, ਨਾ ਪਹਿਲਾਂ ਮੂਵੀ ਦਾ ਡਿਸਾਈਡ ਨਹੀਂ ਹੋਇਆ ਸੀ। ਆਪਾਂ ਇੰਨਾ ਖਾਂਦੇ ਪੀਂਦੇ ਸੀਗੇ, ਇੰਨੀ ਐਸ਼ ਕਰਦੇ ਸੀਗੇ ਕਿ ਉਹਨਾਂ ਨੇ ਸਾਨੂੰ ਦੇਖ ਕੇ ਰੱਖਤਾ ਕਿ ਇਹਨਾਂ ਦਾ ਨਾ ਖਾਓ ਪਿਓ ਐਸ਼ ਕਰੋ, ਰੱਖ ਲਓ। ਤੇ ਪਹਿਲੀ ਵਾਰ ਮੈਨੂੰ ਲੱਗਦਾ ਤਰਸੇਮ ਜੀ ਇਹੋ ਜਿਹਾ ਕੈਰੈਕਟਰ ਪਲੇ ਕਰ ਰਹੇ ਆ, ਉਹਨਾਂ ਤੋਂ ਬਿਲਕੁਲ ਆਪੋਜ਼ਿਟ। ਹਾਲੇ ਤੱਕ ਉਹਨਾਂ ਨੇ ਇਹੋ ਜਿਹਾ ਕੁਝ ਪਲੇ ਨਹੀਂ ਕੀਤਾ, ਕਿਉਂਕਿ ਤਰਸੇਮ ਜੀ ਵੀ ਜਿਹੜੇ ਕੈਰੈਕਟਰਸ ਕਰਦੇ ਉਹ ਵੀ ਕੱਬੇ ਸੁਭਾਅ ਦੇ ਤੇ ਸ਼ਾਂਤ ਤੇ ਤਾਂ ਰੋ ਵਾਲੇ। ਇਹਦੇ 'ਚ ਤਾਂ ਉਹ ਕੁੜੀਆਂ ਛੇੜ ਰਹੇ ਆ। ਪਹਿਲਾਂ ਵੀ ਕਦੀ ਸਿਲਾਈ ਕਢਾਈ ਦਾ ਕੰਮ ਕੀਤਾ ਜਾਂਦਾ? ਬਿਲਕੁਲ ਨਹੀਂ ਕੀਤਾ। ਤੇ ਮੈਨੂੰ ਬਸ ਕੈਰੈਕਟਰ ਦੱਸਿਆ ਸੀ ਕਿ ਉਹ ਕੁੜੀ ਹੈ ਜਿਹੜੀ ਨਾ ਸਿਲਾਈ ਸੈਂਟਰ 'ਚ ਕੰਮ ਕਰਦੀ ਹੈ, ਇਹਨਾਂ ਦੱਸਿਆ ਸੀ। ਮੈਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਇੰਟਰੋ ਸੀਨਸ ਜਾਂ ਇੰਨਾ ਕੁਝ ਸਿਲਾਈ ਸੈਂਟਰ ਨੂੰ ਲੈ ਕੇ ਇੰਨਾ ਇੰਪੋਰਟੈਂਟ ਬਣ ਜਾਊਗਾ। ਮੇਰੇ ਮੈਕਸਿਮਮ ਜਿਹੜੇ ਸੀਨਸ ਆ ਉਹ ਸਿਲਾਈ ਸੈਂਟਰ ਦੇ ਉੱਥੇ ਹੀ ਹੋਏ ਹੈ। ਇੰਨੇ ਮਤਲਬ ਇੰਨਾ ਉਹਦੇ 'ਚ ਬਾਰੀਕੀ ਨਾਲ ਅਸੀਂ ਕੰਮ ਕੀਤਾ, ਮੈਨੂੰ ਸੀਰੀਅਸਲੀ ਨਹੀਂ ਆਉਂਦਾ ਸੀ, ਪਰ ਉੱਥੇ ਮੈਨੂੰ ਸਿੱਖਣ ਨੂੰ ਵੀ ਮਿਲਿਆ ਤੇ ਮੈਨੂੰ ਕਿਉਰਿਓਸਿਟੀ ਹੋ ਗਈ ਕਿ ਮੈਂ ਇਹਨੂੰ ਸਿੱਖਾਂ। ਤੇ ਜਿਹੜੇ ਵੀ ਬੈਕਗਰਾਊਂਡ 'ਚ ਕੁੜੀਆਂ ਸੀਗੀਆਂ ਉਹ ਸਿਲਾਈ ਸੈਂਟਰ ਦੀ ਸੀਗੀਆਂ, ਜਾਂ ਫਿਰ ਉਹਨਾਂ ਨੂੰ ਆਉਂਦਾ ਸੀ ਤਾਂ ਮੈਂ ਉਹਨਾਂ ਕੋਲ ਪੁੱਛ ਲੈਂਦੀ ਸੀ ਕਿ ਯਾਰ ਕਿਵੇਂ ਕਰਦੇ ਹੋ ਤੁਸੀਂ, ਮੈਨੂੰ ਦੱਸੋ। ਜਿਹੜੀ ਮਸ਼ੀਨ ਚਲਾਈ ਹੈ, ਮੈਂ ਕੋਸ਼ਿਸ਼ ਤਾਂ ਕੀਤੀ ਹੈ ਕਿ ਮੈਂ ਅਸਲ ਵਿੱਚ ਹੀ ਚਲਾਵਾਂ, ਉਹ ਅਸਲ ਵਿੱਚ ਹੀ ਚੱਲ ਰਹੀ ਹੈ, ਪਰ ਉਹਦਾ ਕੀ ਬੁਣ ਰਿਹਾ ਹੈ ਉਹ ਮੈਨੂੰ ਨਹੀਂ ਪਤਾ। ਪਰ ਜੋ ਵੀ ਸੀ ਮੈਨੂੰ ਬਹੁਤ ਵਧੀਆ ਲੱਗੀ। ਇੱਕ ਬੱਚੇ ਦਾ ਵੀ ਡਾਇਲੋਗ ਕਹਿੰਦੇ, ਜੇ ਇਹ ਉਹ ਪਿੰਡ ਹੈ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਆ, ਹੈਨਾ? ਦੇਖ ਲਓ ਤੁਸੀਂ, ਇਹ ਡਾਇਲੋਗ ਦਾ ਮਾਇਨੇ ਹੀ ਬਦਲ ਗਏ ਹੁਣ, ਕਿਉਂਕਿ ਪਹਿਲਾਂ ਜਦੋਂ ਆਪਾਂ ਸ਼ੂਟ ਕੀਤਾ ਸੀ ਉਹ ਰੋਬ ਸੀਗਾ ਇਸ ਡਾਇਲੋਗ ਦਾ। ਹੁਣ ਦੇਖੋ ਤਾਂ ਇੱਕ ਇਮੋਸ਼ਨਲ ਕਨੈਕਟ ਆ। ਤੇ ਇੱਕ ਤਰ੍ਹਾਂ ਦੇ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਡਾਇਲੋਗ ਜਿਹੜਾ ਆਪਾਂ ਕਿਸੇ ਨੂੰ ਮਤਲਬ ਕਿਸੇ ਦੇ ਹੋਣ ਤੇ ਕਰ ਰਹੇ ਆ, ਉਹਦੀ ਯਾਦ ਬਣ ਜਾਊਗਾ। ਮੇਰਾ ਇੱਕ ਇੰਟਰਵਿਊ ਵੀ ਬਹੁਤ ਵਾਇਰਲ ਹੋਇਆ ਸੀ, ਜਿਹਦੇ 'ਚ ਯਾਰ ਜਿਗਰੀ ਦੇ ਟਾਈਮ ਮੈਂ ਇੱਕ ਇੰਟਰਵਿਊ ਦਿੱਤਾ ਸੀ। ਮੈਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਕਿਹੜੇ ਸਿੰਗਰ ਨਾਲ ਕੰਮ ਕਰਨਾ ਚਾਹੋਗੇ, ਕਿਹੜੇ ਸਿੰਗਰ ਦਾ ਗਾਣਾ ਕਰਨਾ ਚਾਹੋਗੇ, ਤਾਂ ਮੈਂ ਕਿਹਾ ਸੀ ਕਿ ਮੈਂ ਸਿੱਧੂ ਮੂਸੇਵਾਲਾ ਨਾਲ ਮੈਂ ਕੰਮ ਕਰਨਾ ਚਾਹੂੰਗੀ। ਤੇ ਮੇਰਾ ਕੀ ਪਤਾ ਸੀ ਉਹ ਸੁਪਨਾ ਹੀ ਰਹਿ ਜਾਊਗੇ। ਤੇ ਮੈਨੂੰ ਹੁਣੇ ਵੀ ਲੱਗਦਾ ਆ ਕਿ ਨਹੀਂ ਯਾਰ, ਮੈਂ ਉਹਨਾਂ ਨਾਲ ਕੰਮ ਕਰਨਾ ਸੀ, ਇਹੋ ਜਿਹਾ ਨਹੀਂ ਹੋਣਾ ਚਾਹੀਦਾ ਸੀ। ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ, ਮੈਂ ਤੁਹਾਡੇ ਨਾਲ ਨਵਦੀਪ ਮਾਨ। ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਪਰ ਕਿਸ ਦਾ ਦੁਖਾਇਓ ਨਾ। ਗਾਣਾ ਵੀ ਸੁਣ ਲਿਆ ਤੇ ਹੁਣ ਫਿਲਮ ਵੀ ਆ ਰਹੀ ਹੈ, ਤੇ ਫਿਲਮ ਦੇ ਵਿੱਚ ਬੜੀ ਸੋਹਣੀ ਜੀ ਮੁਟਿਆਰ ਵੀ ਵੇਖਣ ਨੂੰ ਮਿਲੇਗੀ। ਜੈਸਮੀਨ ਬਾਜਵਾ ਸਾਡੇ ਨਾਲ ਨੇ। ਮੈਮ, ਸਭ ਤੋਂ ਪਹਿਲਾਂ ਸਵਾਗਤ ਹੈ। ਥੈਂਕ ਯੂ, ਮੈਨੂੰ ਇੱਥੇ ਬੁਲਾਉਣ ਲਈ ਥੈਂਕ ਯੂ। ਸਾਰੇ ਦਰਸ਼ਕਾਂ ਨੂੰ ਮੇਰੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਬਹੁਤ ਸੋਹਣੇ ਲੱਗ ਰਹੇ ਹੋ। ਥੈਂਕ ਯੂ। ਕਿਵੇਂ ਦਾ ਫਿਲਮ ਦੇ ਵਿੱਚ ਐਕਸਪੀਰੀਅੰਸ ਰਿਹਾ ਖਾਓ ਪੀਓ ਐਸ਼ ਕਰੋ? ਕਿਉਂਕਿ ਜੇ ਫਿਲਮ ਦਾ ਨਾਮ ਹੀ ਖਾਓ ਪੀਓ ਐਸ਼ ਕਰੋ ਹੈ ਤਾਂ ਆਬਵੀਅਸ ਹੈ ਖਾਂਦਾ ਪੀਂਦਾ ਤਾਂ ਖੁੱਲਾ ਹੀ ਹੋਣਾ ਹੈ। ਇਹੋ ਜਿਹਾ ਐਕਸਪੀਰੀਅੰਸ ਸੀਗਾ, ਬਿਲਕੁਲ ਨਾ ਵਰਗਾ ਐਕਸਪੀਰੀਅੰਸ ਸੀਗਾ। ਮੈਂ ਤੁਹਾਨੂੰ ਦੱਸਾਂ, ਇਹ ਨਾ ਪਹਿਲਾਂ ਰੱਖਿਆ ਹੀ ਨਹੀਂ ਸੀ, ਨਾ ਪਹਿਲਾਂ ਮੂਵੀ ਦਾ ਡਿਸਾਈਡ ਨਹੀਂ ਹੋਇਆ ਸੀ। ਆਪਾਂ ਇੰਨਾ ਖਾਂਦੇ ਪੀਂਦੇ ਸੀਗੇ, ਇੰਨੀ ਐਸ਼ ਕਰਦੇ ਸੀਗੇ ਕਿ ਉਹਨਾਂ ਨੇ ਸਾਨੂੰ ਦੇਖ ਕੇ ਰੱਖਤਾ ਕਿ ਇਹਨਾਂ ਦਾ ਨਾ ਖਾਓ ਪਿਓ ਐਸ਼ ਕਰੋ, ਰੱਖ ਲਓ। ਇਸ ਤੋਂ ਪਹਿਲਾਂ ਮੈਂ ਫਿਰ ਫਿਲਮ ਦਾ ਕੀ ਨਾਮ ਰੱਖਣਾ ਡਿਸਾਈਡ ਕੀਤਾ ਸੀ? ਨਹੀਂ, ਆਪਾਂ ਕੁਝ ਵੀ ਨਹੀਂ ਨਾਂ ਰੱਖਿਆ ਸੀ। ਕੁਝ ਇੱਕ ਦੋ ਤਿੰਨ ਨਾਂ ਸੀਗੇ ਦਿਮਾਗ 'ਚ ਸ਼ਿਦਤ ਸਰ ਦੇ, ਪਰ ਕੁਝ ਆਪਾਂ ਪੱਕਾ ਨਹੀਂ ਕਰ ਰਹੇ ਸੀ ਕਿ ਆਪਾਂ ਚਲੋ ਮੂਵੀ ਬਣਾਉਂਦੇ ਹਾਂ, ਮਾਹੌਲ ਦੇਖਦੇ ਹਾਂ ਕੀ ਬਣਦਾ। ਕੁਝ ਟਾਈਟਲ ਸੀਗੇ ਉਹਨਾਂ ਨੇ ਦੱਸੇ, ਪਰ ਐਟ ਦੀ ਐਂਡ ਲੱਗ ਰਿਹਾ ਸੀ ਨਹੀਂ ਯਾਰ, ਉਹ ਫੀਲ ਨਹੀਂ ਆ ਰਹੀ। ਅਸੀਂ ਮੂਵੀ 'ਚ ਇੰਨਾ ਜ਼ਿਆਦਾ ਕਹਿੰਦੇ ਨਾ ਕਿ ਇੰਨਾ ਮਜ਼ਾ ਕੀਤਾ ਹੈ, ਇੰਨਾ ਮਖੌਲ ਵਾਲੀ ਮੂਵੀ, ਇੰਨੀ ਕਾਮਿਕ ਹੈ ਕਿ ਯਾਰ ਕੁਝ ਇਹੋ ਜਿਹਾ ਨਾਮ ਹੋਵੇ ਕਿ ਉਹਨੂੰ ਰੈਪਰੈਜ਼ੈਂਟ ਕਰੇ। ਤਾਂ ਐਂਡ 'ਚ ਮੈਨੂੰ ਤਾਂ ਯਾਦ ਵੀ ਨਹੀਂ ਕਿ ਕਿਸੇ ਇੱਕ ਬੰਦੇ ਨੇ ਸਾਰੇ ਬੈਠੇ ਇੱਕਦਮ ਦੱਸਿਆ ਖਾਓ ਪੀਓ ਤੇ ਐਸ਼ ਕਰੋ, ਇੱਦਾਂ ਹੋ ਗਿਆ ਬਸ ਕਿ ਓਕੇ ਡਨ। ਇਸ ਤੋਂ ਬਾਅਦ ਕੋਈ ਡਿਸਕਸ਼ਨ ਨਹੀਂ ਹੋਈ, ਖਾਓ ਪੀਓ ਐਸ਼ ਕਰੋ ਨਾਮ ਪੈ ਗਿਆ। ਜੈਸਮੀਨ, ਮੇਨ ਲੀਡ ਦੇ ਵਿੱਚ ਤੁਸੀਂ ਨਜ਼ਰ ਆ ਰਹੇ ਹੋ, ਕਿੱਦਾਂ ਦਾ ਐਕਸਪੀਰੀਅੰਸ ਤਰਸੇਮ ਜੱਸੜ ਹੋਰਾਂ ਨਾਲ ਜਾਂ ਰਣਜੀਤ ਬਾਵਾ ਨਾਲ ਹੈ? ਕਿਉਂਕਿ ਰਣਜੀਤ ਬਾਵਾ ਦੇ ਕਰੈਕਟਰ ਦੀ ਗੱਲ ਕਰੀਏ, ਬੜੇ ਕਾਮੇਡੀ ਦੇ ਵਿੱਚ ਹੀ ਰਹਿੰਦੇ ਨੇ ਆਲਵੇਜ਼, ਤੇ ਤਰਸੇਮ ਜੱਸੜ ਥੋੜੇ ਜਿਹੇ ਸ਼ਾਂਤ ਦੇ, ਥੋੜੇ ਜਿਹੇ ਲੱਗਦਾ ਵੀ ਐਟੀਟਿਊਡ ਵਾਲੇ ਨੇ। ਨਹੀਂ, ਪਤਾ ਕੀ ਗੱਲ ਹੈ, ਉਹਨਾਂ ਸ਼ਾਂਤਾ ਉਹ ਹੈਗੇ ਨੇ, ਪਰ ਐਟੀਟਿਊਡ ਉਹਨਾਂ 'ਚ ਬਿਲਕੁਲ ਨਹੀਂ ਹੈ। ਤੇ ਪਹਿਲੀ ਵਾਰ ਮੈਨੂੰ ਲੱਗਦਾ ਤਰਸੇਮ ਜੀ ਇਹੋ ਜਿਹਾ ਕੈਰੈਕਟਰ ਪਲੇ ਕਰ ਰਹੇ ਆ, ਉਹਨਾਂ ਤੋਂ ਬਿਲਕੁਲ ਆਪੋਜ਼ਿਟ। ਹਾਲੇ ਤੱਕ ਉਹਨਾਂ ਨੇ ਇਹੋ ਜਿਹਾ ਕੁਝ ਪਲੇ ਨਹੀਂ ਕੀਤਾ, ਕਿਉਂਕਿ ਤਰਸੇਮ ਜੀ ਵੀ ਜਿਹੜੇ ਕੈਰੈਕਟਰਸ ਕਰਦੇ ਉਹ ਵੀ ਕੱਬੇ ਸੁਭਾਅ ਦੇ ਤੇ ਸ਼ਾਂਤ ਤੇ ਤਾਂ ਰੋ ਵਾਲੇ। ਇਹਦੇ 'ਚ ਤਾਂ ਉਹ ਕੁੜੀਆਂ ਛੇੜ ਰਹੇ ਹੈ, ਉਹਨਾਂ ਨੇ ਤਾਂ ਛੇੜ ਹੀ ਦਿੱਤਾ ਸਿੱਧਾ। ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਜਿਹਾ ਉਹਨਾਂ ਨੇ ਕੈਰੈਕਟਰ ਵੀ ਫੜ ਕੇ ਰੱਖਿਆ ਸੀ, ਮਾਹੌਲ ਵੀ ਉਹ ਜਿਹਾ ਸੀਗਾ। ਆਪਾਂ ਦੋਸਤ ਵੀ ਇੰਨੇ ਵਧੀਆ ਬਣ ਗਏ ਸਾਰੇ ਕਿ ਉਹਨਾਂ ਦਾ ਉਹ ਰਿਹਾ ਹੀ ਨਹੀਂ ਉਹ ਸੁਭਾਅ। ਇੰਨੇ ਜ਼ਿਆਦਾ ਘੁਲ ਮਿਲ ਗਏ, ਜਿਵੇਂ ਕਹਿੰਦੇ ਨਾ ਰਲ ਮਿਲ ਕੇ ਆਪਾਂ ਮੂਵੀ ਬਣਾਈ। ਤੇ ਰਣਜੀਤ ਜੀ ਤਾਂ ਸੱਚੀ ਉਹ ਤਾਂ ਹੈਗੇ ਨੋਟੀ, ਉਹ ਤਾਂ ਨੋਟੀ ਸ਼ਰਾਰਤੀ ਬੰਦਾ ਹੈ ਉਹ। ਇੰਨਾ ਮਤਲਬ ਉਹ ਇਹੋ ਜਿਹੇ ਨੇ ਕਿ ਉਹ ਸੈੱਟ ਤੇ ਆ ਜਾਣ ਤਾਂ ਲਾਈਵਲੀ ਹੋ ਜਾਂਦਾ ਮਾਹੌਲ, ਪਰ ਐਟ ਦ ਸੇਮ ਟਾਈਮ ਫਿਰ ਕੰਮ ਨਹੀਂ ਹੋ ਸਕਦਾ, ਕਿਉਂਕਿ ਅਸੀਂ ਇੰਨਾ ਹੱਸਾਂਗੇ, ਅਸੀਂ ਇੰਨਾ ਮਖੌਲ ਕਰਾਂਗੇ।
ਪਰ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਮੇਰੀ ਪਹਿਲੀ ਲੀਡ ਮੂਵੀ ਹੋਣੀ ਸੀ, ਪਰ ਫੁੱਫੜ ਜੀ ਫਿਰ ਇਸ ਤੋਂ ਬਾਅਦ ਹੋਈ, ਪਰ ਉਹ ਪਹਿਲਾਂ ਆ ਗਈ। ਪਰ ਮੇਰੇ ਲਈ ਹਮੇਸ਼ਾ ਸਪੈਸ਼ਲ ਰਹੂਗੀ ਕਿਉਂਕਿ ਲਾਂਚ ਮਿਲਿਆ ਐਜ਼ ਅ ਲੀਡ, ਤੇ ਸ਼ਿਤਿਜ ਸਰ ਨਾਲ ਕੰਮ ਬਹੁਤ ਟਾਈਮ ਤੋਂ ਪਲੈਨਿੰਗ ਚੱਲ ਰਹੀ ਸੀ, ਕੁਝ ਕਰਨਾ ਹੈ ਕੁਝ ਕਰਨਾ ਹੈ, ਤੇ ਉਹਨਾਂ ਨੇ ਹੀ ਮੈਨੂੰ ਸਹੁਰਿਆਂ 'ਚ ਵੀ ਮੌਕਾ ਦਿੱਤਾ ਤੇ ਉਹਨਾਂ ਨੇ ਹੀ ਇਸ ਫਿਲਮ 'ਚ ਮੈਨੂੰ ਲੈ ਕੇ ਆਏ। ਤਾਂ ਮੂਵੀ ਆਲਰੇਡੀ ਇੰਨੀ ਸਪੈਸ਼ਲ ਆ ਕਿ ਐਕਸਪੀਰੀਅੰਸ ਹੋਰ ਸਪੈਸ਼ਲ ਹੋ ਜਾਂਦਾ ਹੈ। ਬਿਲਕੁਲ ਤੁਹਾਡੀ ਅਦਿਤੀ ਤੇ ਪ੍ਰਭ ਦੀ ਬੜੀ ਸੋਹਣੀ ਜੋ ਹੈ ਕੰਬੀਨੇਸ਼ਨ ਦੇਖਣ ਨੂੰ ਮਿਲਦਾ ਪਿਆ ਹੈ। ਤੁਸੀਂ ਤਾਂ ਚਲੋ ਯਾਰ ਕਸੂਤੀ ਡਿਗਰੀ ਜਾਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਪੰਜਾਬੀ ਮੂਵੀਜ਼ ਕਰ ਚੁੱਕੇ, ਤੁਹਾਨੂੰ ਤਾਂ ਐਕਸਪੀਰੀਅੰਸ ਹੋ ਗਿਆ ਹੈ, ਬਟ ਅਦਿਤੀ ਦੇ ਲਈ ਬਹੁਤ ਚੈਲੰਜ ਸੀਗਾ, ਤਾਂ ਤੁਸੀਂ ਉਹਨਾਂ ਦੀ ਕਿਸ ਤਰ੍ਹਾਂ ਹੈਲਪ ਕੀਤੀ? ਕਿਉਂਕਿ ਉਹ ਪ੍ਰੋਪਰ ਚੰਡੀਗੜ੍ਹ ਦੇ ਰਹਿਣ ਵਾਲੇ, ਉਹਨਾਂ ਨੂੰ ਪੇਂਡੂ ਕਲਚਰ ਤਾਂ ਇੱਕ ਤਰ੍ਹਾਂ ਅਜੀਬ ਲੱਗਦਾ ਵੀ ਅਸੀਂ ਕਿੱਥੇ ਆ ਗਏ। ਨया ਤਾਂ ਮੇਰੇ ਲਈ ਵੀ ਸੀਗਾ ਕਿਉਂਕਿ ਮੈਂ ਵੀ ਜ਼ਿਆਦਾ, ਚਲੋ ਹੁਣ ਤਾਂ ਇੰਨਾ ਕੰਮ ਕਰ ਲਿਆ ਕਿ ਪਤਾ ਲੱਗ ਜਾਂਦਾ, ਪਰ ਇੰਨਾ ਨਹੀਂ ਪਿੰਡਾਂ ਦਾ ਕਲਚਰ ਪਤਾ ਸੀ। ਪਰ ਮੈਂ ਵਧੀਆ ਲੱਗਦਾ ਜੇ ਮੈਂ ਉਹਦੀ ਕੁਝ ਹੈਲਪ ਕਰ ਪਾਉਂਦੀ, ਮੈਂ ਨਹੀਂ ਕਰ ਸਕੀ ਕਿਉਂਕਿ ਉਹਦੇ ਸੀਨ ਮੇਰੇ ਨਾਲ ਹੋਏ ਹੀ ਨਹੀਂ, ਉਹਦਾ ਸਕੇਡਿਊਲ ਡਿਫਰੈਂਟ ਸੀਗਾ ਜਾਂ ਜੋ ਵੀ, ਬਹੁਤ ਕਮ ਸਮੇਂ ਲਈ ਸੀਗੀ ਸਾਡੇ ਸੈੱਟ ਤੇ। ਪਰ ਜਿੰਨਾ ਵੀ ਸੀਗਾ, ਪਰ ਮੈਨੂੰ ਐ ਲੱਗਦਾ ਕਿਤੇ ਨਾ ਕਦੇ ਆਊਟ ਆਫ ਦ ਬਲੂ ਕਦੇ ਆਪਾਂ ਲੰਚ ਤੇ ਬੈਠੇ ਹੋ ਪੁੱਛ ਲੈਂਦੇ ਸੀ ਕਿ ਯਾਰ ਕਿਹੋ ਜਿਹਾ ਤੁਹਾਨੂੰ ਲੱਗਦਾ ਹੁਣ ਇਹੋ ਜਿਹੇ ਹੋ ਗਏ ਹੋ। ਤਾਂ ਮੈਂ ਕਿਹਾ ਮੈਂ ਉਹਨੂੰ ਹਮੇਸ਼ਾ ਇਹੀ ਸਮਝਾਇਆ, ਮੈਂ ਕਿਹਾ ਦਿੱਤੀ ਜਿੰਨਾ ਵੀ ਤੁਸੀਂ ਕੰਮ ਕਰ ਲਓ, ਬਸ ਇਹ ਜਿਹੜੀ ਪਹਿਲੀ ਮੂਵੀ ਹੈ ਨਾ ਇਹਨੂੰ ਦਿਮਾਗ 'ਚ ਰੱਖੀ ਹਮੇਸ਼ਾ। ਮੈਂ ਉਹਨੂੰ ਹਮੇਸ਼ਾ ਇੱਕੋ ਹੀ ਗੱਲ ਕਹੀ ਹੈ ਕਿ ਜਿਹੜੀ ਹੁਣ ਨਾ ਤੂੰ ਇਹ ਨਾ ਛੱਡੀ, ਡੋਂਟ ਕਿ ਕੱਲ ਨੂੰ ਤੁਸੀਂ ਸਕਸੈਸਫੁਲ ਹੋ ਜਾਂਦੇ, ਜੋ ਵੀ ਹੋ ਜਾਂਦੇ, ਆਪਣਾ ਅੰਦਰ ਦਾ ਬੱਚਾ ਵੀ ਤੁਸੀਂ ਛੱਡ ਦਿੰਦੇ ਹੋ, ਆਪਣੇ ਜਿਹੜੀ ਐਟੀਟਿਊਡ ਹੰਬਲਨੈਸ ਉਹ ਛੱਡ ਦਿੰਦੇ ਹੋ। ਮੈंने कहा मैं ਉਹਨੂੰ ਕਿਹਾ, ਮੈਂ ਕਿ ਜੇ ਤੂੰ ਇਦਾਂ ਹੀ ਰਹੇਂਗੀ ਨਾ ਤੇਰਾ ਜਰਨੀ ਬਹੁਤ ਸੌਫਟ ਆ ਤੇ ਬਹੁਤ ਸਹੀ ਰਹੂਗੀ। ਅਦਿਤੀ ਨਾਲ ਵੀ ਅਸੀਂ ਗੱਲਬਾਤ ਕੀਤੀ, ਉਹ ਕਹਿੰਦੇ ਇਸ ਫੀਲਡ ਦੇ ਵਿੱਚ ਕਹਿੰਦੇ ਨੇ ਵੀ ਕੁੜੀਆਂ ਦੀ ਫਰੈਂਡਸ ਨਹੀਂ ਬਣ ਸਕਦੀਆਂ, ਦੁਸ਼ਮਣ ਦੀ ਤਰ੍ਹਾਂ ਟਰੀਟ ਕਰਦੀਆਂ ਨੇ, ਬਹੁਤ ਜ਼ਿਆਦਾ ਕੇਸ ਦੇਖਦੇ ਆ, ਬਟ ਕਹਿੰਦੇ ਇਸ ਫਿਲਮ ਤੋਂ ਬਾਅਦ ਅਸੀਂ ਤਿੰਨੇ ਇੰਨੀਆਂ ਕਲੋਜ਼ ਹੋ ਗਈਆਂ ਵੀ ਅਸੀਂ ਬੈਸਟ ਫਰੈਂਡਸ ਬਣ ਗਏ। ਬਿਲਕੁਲ ਇਹੋ ਜਿਹਾ ਹੈ। ਪ੍ਰਭ ਨਾਲ ਤਾਂ ਮੇਰੀ ਦੋਸਤੀ ਪਹਿਲਾਂ ਤੋਂ ਸੀਗੀ ਕਿਉਂਕਿ ਪ੍ਰਭ ਤੇ ਮੈਂ ਇਕੱਠੇ ਥੀਏਟਰ ਕੀਤਾ ਆ ਨਿਰਮਲ ਰਿਸ਼ੀ ਮੈਮ ਦੇ ਅੰਡਰ, ਤੇ ਆਪਾਂ ਫਿਲਮਾਂ 'ਚ ਤਾਂ ਆਏ ਹੀ ਨਹੀਂ ਸੀ, ਤਾਂ ਉਹਨੂੰ ਮੈਂ ਤਦ ਦੀ ਜਾਣਦੀ ਆ, ਉਹਦੇ ਨਾਲ ਮੇਰਾ ਅਲੱਗ ਬੌਂਡ ਆ। ਅਦਿਤੀ ਨਾਲ ਮੈਂ ਇੱਥੇ ਫਿਲਮ ਤੇ ਹੀ ਮਿਲੀ ਸੀ, ਉਹ ਵੀ ਇੱਥੇ ਮਿਲੀ, ਪਰ ਮੈਨੂੰ ਨਾ ਇਹ ਗੱਲਾਂ ਹੀ ਨੇ ਸਿਰਫ ਕਿ ਯੂ نو ਨਹੀਂ, ਬਟ ਕਿਤੇ ਨਾ ਕਿਤੇ ਹੁੰਦਾ ਹੋਊਗਾ ਸੱਚ, ਹਲੇ ਅਸੀਂ ਇੰਨਾ ਕੰਮ ਕੀਤਾ ਨਹੀਂ, ਜਾਂ ਫਿਰ ਉਸ ਮੁਕਾਮ ਤੇ ਜਾ ਕੇ ਹੁੰਦਾ ਹੋਊਗਾ ਜਦੋਂ ਤੁਸੀਂ ਬਹੁਤ ਸਕਸੈਸਫੁਲ ਹੋ ਜਾਂਦੇ ਹੋ, ਫਿਰ ਤੁਸੀਂ ਨਾ, ਮੈਂ ਇਹ ਨਹੀਂ ਕਹਿ ਰਹੀ ਕਿ ਤੁਸੀਂ ਈਗੋਇਸਟਿਕ ਹੋ ਜਾਂਦੇ, ਬਟ ਤੁਸੀਂ ਐਜ਼ ਅ ਕੰਪੀਟੀਸ਼ਨ ਸਾਰਿਆਂ ਨੂੰ ਲੈਣ ਲੱਗ ਜਾਂਦੇ ਹੋ, ਵਿਚ ਇਜ਼ ਕਿਤੇ ਨਾ ਕਿਤੇ ਪੋਜ਼ਿਟਿਵ ਹੈ, ਕਿਤੇ ਨਾ ਕਿਤੇ ਨੈਗੇਟਿਵ ਹੈ। ਤਾਂ ਮੈਨੂੰ ਨਹੀਂ ਪਤਾ ਕੌਣ ਦੋਸਤ ਹੈ ਕੌਣ ਨਹੀਂ ਆ, ਪਰ ਮੈਨੂੰ ਇੰਨਾ ਪਤਾ ਆ ਕਿ ਮੈਂ ਜਿੰਨੀਆਂ ਵੀ ਮੂਵੀਜ਼ ਕੀਤੀਆਂ ਹਾਲੇ ਤੱਕ, ਜਿਵੇਂ ਇਹਦੇ 'ਚ ਮੈਂ ਪਰ ਮੇਰੀ ਕੋਈ ਵੀ ਮੂਵੀ ਇਹੋ ਜਿਹੀ ਨਹੀਂ ਹੋਈ ਜਿਹਦੇ 'ਚ ਮੈਂ ਇਕੱਲੀ ਕੁੜੀ ਸੀ। ਮੈਂ ਜਿੰਨਾ ਵੀ ਕੰਮ ਕੀਤਾ ਸਾਰਿਆਂ 'ਚ ਬਥੇਰੀਆਂ ਕੁੜੀਆਂ ਸੀਗੀਆਂ, ਤੇ ਮੈਂ ਵੱਡੇ ਲੋਕਾਂ ਨਾਲ ਵੀ ਸਕਰੀਨ ਸ਼ੇਅਰ ਕੀਤਾ, ਜਿਵੇਂ ਮੈਂ ਦੂਰਬੀਨ 'ਚ ਵਾਮਿਕਾ ਨਾਲ ਕੀਤਾ, ਸੌਰਿਆ ਦਾ ਪਿੰਡ 'ਚ ਮੈਂ ਸਰਗੁਣ ਮਹਿਤਾ ਨਾਲ ਕਰ ਰਹੀ ਹਾਂ। ਮੇਰੀ ਤਾਂ ਬੌਂਡਿੰਗ ਵਧੀਆ ਰਹਿੰਦੀ ਹੈ। ਤਾਂ ਮੈਨੂੰ ਐਂ ਲੱਗਦਾ ਕਿਤੇ ਨਾ ਕਿਤੇ ਕਿ ਤੁਸੀਂ ਆਪਣੇ ਐਟੀਟਿਊਡ ਨੂੰ ਸਹੀ ਰੱਖੋ, ਦੂਜਾ ਬੰਦਾ ਜਿਹੜਾ ਸਾਹਮਣੇ ਹੈ ਵੱਡਾ ਜਾਂ ਛੋਟਾ, ਉਹ ਆਪਣਾ ਐਟੀਟਿਊਡ ਆਪਣੇ ਆਪ ਸਹੀ ਕਰ ਲੂਗਾ। ਜੈਸਮੀਨ, ਫਿਲਮ ਦੇ ਟ੍ਰੇਲਰ ਦਾ ਅਸੀਂ ਦੇਖਿਆ, ਉਹਦੇ ਵਿੱਚ ਇੱਕ ਤੁਹਾਡਾ ਛੋਟਾ ਜਿਹਾ ਸੀਨ ਹੈ ਕਿ ਤੁਸੀਂ ਸਿਲਾਈ ਕਢਾਈ ਸਿੱਖ ਰਹੇ ਹੁੰਨੇ ਹੋ ਤੇ ਤਰਸੇਮ ਜਸੜ, ਪ੍ਰਭ ਗਰੇਵਾਲ ਜਿਹੜੇ ਉਹਨਾਂ ਦੇ ਸਿਸਟਰ ਬਣੇ, ਉਹ ਲੈ ਕੇ ਆਉਂਦੇ ਨੇ। ਕਿ ਇਸ ਤੋਂ ਪਹਿਲਾਂ ਵੀ ਕਦੀ ਸਿਲਾਈ ਕਢਾਈ ਦਾ ਕੰਮ ਕੀਤਾ ਜਾਂਦਾ? ਬਿਲਕੁਲ ਨਹੀਂ ਕੀਤਾ, ਤੇ ਮੈਨੂੰ ਬਸ ਕੈਰੈਕਟਰ ਦੱਸਿਆ ਸੀ ਕਿ ਉਹ ਕੁੜੀ ਹੈ ਜਿਹੜੀ ਨਾ ਸਿਲਾਈ ਸੈਂਟਰ 'ਚ ਕੰਮ ਕਰਦੀ ਹੈ, ਇਹਨਾਂ ਦੱਸਿਆ ਸੀ। ਮੈਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਇੰਟਰੋ ਸੀਨਸ ਜਾਂ ਇਹਨਾਂ ਕੁਝ ਸਿਲਾਈ ਸੈਂਟਰ ਨੂੰ ਲੈ ਕੇ ਇੰਨਾ ਇੰਪੋਰਟੈਂਟ ਬਣ ਜਾਊਗਾ। ਮੇਰੇ ਮੈਕਸਿਮਮ ਜਿਹੜੇ ਸੀਨਸ ਹੈ ਉਹ ਸਿਲਾਈ ਸੈਂਟਰ ਦੇ ਉੱਥੇ ਹੀ ਹੋਏ ਹੈ। ਇੰਨੇ ਮਤਲਬ ਇੰਨਾ ਉਹਦੇ 'ਚ ਬਾਰੀਕੀ ਨਾਲ ਅਸੀਂ ਕੰਮ ਕੀਤਾ, ਮੈਨੂੰ ਸੀਰੀਅਸਲੀ ਨਹੀਂ ਆਉਂਦਾ ਸੀ, ਪਰ ਉੱਤੇ ਮੈਨੂੰ ਸਿੱਖਣ ਨੂੰ ਵੀ ਮਿਲਿਆ, ਤੇ ਮੈਨੂੰ ਕਿਉਰਿਓਸਿਟੀ ਹੋ ਗਈ ਕਿ ਮੈਂ ਇਹਨੂੰ ਸਿੱਖਾਂ। ਤੇ ਜਿਹੜੇ ਵੀ ਬੈਕਗ੍ਰਾਉਂਡ 'ਚ ਕੁੜੀਆਂ ਸੀਗੀਆਂ ਉਹ ਸਿਲਾਈ ਸੈਂਟਰ ਦੀ ਸੀਗੀਆਂ, ਜਾਂ ਫਿਰ ਉਹਨਾਂ ਨੂੰ ਆਉਂਦਾ ਸੀ, ਤਾਂ ਮੈਂ ਉਹਨਾਂ ਕੋਲ ਪੁੱਛ ਲੈਂਦੀ ਸੀ ਕਿ ਯਾਰ ਕਿਵੇਂ ਕਰਦੇ ਹੋ ਤੁਸੀਂ, ਮੈਨੂੰ ਦੱਸੋ। ਜਿਹੜੀ ਮਸ਼ੀਨ ਚਲਾਈ ਹੈ, ਮੈਂ ਕੋਸ਼ਿਸ਼ ਤਾਂ ਕੀਤੀ ਹੈ ਕਿ ਮੈਂ ਅਸਲ ਵਿੱਚ ਹੀ ਚਲਾਵਾਂ, ਉਹ ਅਸਲ ਵਿੱਚ ਹੀ ਚੱਲ ਰਹੀ ਹੈ, ਪਰ ਉਹਦਾ ਕੀ ਬੁਣ ਰਿਹਾ ਉਹ ਮੈਨੂੰ ਨਹੀਂ ਪਤਾ। ਪਰ ਜੋ ਵੀ ਸੀ ਮੈਨੂੰ ਬਹੁਤ ਵਧੀਆ ਲੱਗਿਆ ਕਿ ਇਹੋ ਜਿਹਾ ਉਹਦੇ ਜਿਹੜੇ ਜਦੋਂ ਮੈਨੂੰ ਮਿਲਦੇ ਸੀਗੇ ਪੋਰਸ਼ਨ ਸਿਲਾਈ ਕਰਨਾ, ਜਿੰਨਾ ਦੇਖ ਕੇ ਆਪਾਂ ਕਰ ਸਕਦੇ ਸੀ ਉਹਨਾਂ ਕੀਤਾ ਹੈ। ਪਰ ਮੈਨੂੰ ਐਕਸਾਈਟਮੈਂਟ ਸੀਗੀ ਕਿ ਮੈਨੂੰ ਸਿੱਖਾਂ ਹੋਰ। ਫਿਰ ਕੀ ਕੁਝ ਸਿੱਖ ਲਿਆ ਸਿਲਾਈ ਕਢਾਈ 'ਚ? ਟਾਈਮ ਤਾਂ ਬਹੁਤ ਘੱਟ ਮਿਲਿਆ, ਪਰ ਮੈਨੂੰ ਇੱਕ ਯਾਦ ਆ ਕਿ ਇੱਕ ਸਾਡਾ ਸੀਨ ਸੀਗਾ, ਉਹੀ ਫੁਲਕਾਰੀ ਆਪਾਂ ਜਿਵੇਂ ਉਹ ਰੱਖ ਕੇ ਉਹਨੂੰ ਕਰਦੇ ਆ, ਜਿਵੇਂ ਵੀ ਉਹਨੂੰ ਸਿਲਾਈ ਕਰਦੇ ਆ, ਉਹ ਮੈਂ ਉਹਨੂੰ ਅਸਲ 'ਚ ਕੀਤਾ ਉੱਥੇ। ਮਤਲਬ ਇਹ ਨਹੀਂ ਸੀ ਕਿ ਤੁਸੀਂ ਮੈਨੂੰ ਲਾ ਕੇ ਦੇ ਦਿਓ ਜਾਂ ਜੋ ਮਰਜ਼ੀ, ਮੈਨੂੰ ਸੀਗਾ ਕਿ ਯਾਰ ਮੈਂ ਜੋ ਵੀ ਬਣਾਵਾਂ, ਜੋ ਮਰਜ਼ੀ ਬਣੇ, ਪਰ ਮੈਂ ਕਰ ਰਹੀ ਹਾਂ ਉਹਨੂੰ। ਤਾਂ ਉਹ ਮੈਨੂੰ ਖੁਸ਼ੀ ਸੀਗੀ ਕਿ ਮੈਂ ਆਪਣੇ ਹੱਥੋਂ ਉਹਨੂੰ ਕੀਤਾ। ਬਿਲਕੁਲ,
ਬਿਲਕੁਲ ਆਪਣੇ ਨਾ ਪੰਜਾਬ ਦੇ ਵਿੱਚ ਇੱਕ ਕਲਚਰ ਹੈ, ਕਹਿੰਦੇ ਵੀ ਇੱਕ ਕੁੜੀ ਜਦੋਂ ਜਵਾਨ ਹੁੰਦੀ ਹੈ ਉਹਨੂੰ ਘਰ ਦਾ ਕੰਮਕਾਜ ਤਾਂ ਆਉਣਾ ਹੀ ਚਾਹੀਦਾ ਤੇ ਸਿਲਾਈ ਕਢਾਈ ਵੀ ਜ਼ਰੂਰ ਆਉਣੀ ਚਾਹੀਦੀ। ਕਿ ਤੁਹਾਡੇ ਪੇਰੈਂਟਸ ਨੇ ਵੀ ਇਹ ਗੱਲਾਂ ਤੁਹਾਨੂੰ ਕਹੀਆਂ? ਨਹੀਂ, ਮੈਨੂੰ ਮੈਂ ਹਮੇਸ਼ਾ ਤੋਂ ਕਹਿੰਦੀ ਆ ਰਹੀ ਹਾਂ ਕਿ ਮੇਰੇ ਪੇਰੈਂਟਸ ਹਮੇਸ਼ਾ ਤੋਂ ਬਹੁਤ ਸਪੋਰਟਿਵ ਰਹੇ ਆ। ਮੈਂ ਇਹ ਨਹੀਂ ਕਹਿ ਰਹੀ ਕਿ ਉਹਨਾਂ ਨੇ ਬਿਲਕੁਲ ਹੀ ਛੱਡਦਾ ਕਿ ਤੂੰ ਕੋਈ ਕੰਮ ਹੀ ਨਹੀਂ ਸਿਖਾਇਆ, ਮੈਂ ਉਹ ਗੱਲ ਨਹੀਂ ਕਰ ਰਹੀ। ਪਰ ਮੈਂ ਇਹ ਕਹਿ ਰਹੀ ਹਾਂ ਕਿ ਉਹਨਾਂ ਨੇ ਹਮੇਸ਼ਾ ਇਹ ਕਿਹਾ ਕਿ ਯਾਰ ਜਿਹੜੇ ਕੰਮ 'ਚ ਤੁਹਾਨੂੰ ਇੰਟਰਸਟ ਹੈ ਤੁਸੀਂ ਉਹ ਕਰੋ, ਇਹ ਨਾ ਕਰੋ ਕਿ ਤੁਸੀਂ ਕੁੜੀ ਹੋ ਤਾਂ ਤੁਹਾਨੂੰ ਇਹ ਕਰਨਾ ਪਊਗਾ, ਤੁਸੀਂ ਮੁੰਡੇ ਹੋ ਤੁਹਾਨੂੰ ਇਹ ਕਰਨਾ ਪਊਗਾ। ਮੇਰੇ ਡੈਡ ਸਪੈਸੀਫਿਕਲੀ ਬਹੁਤ ਜ਼ਿਆਦਾ ਮੈਨੂੰ ਸਪੋਰਟਿਵ ਰਹੇ ਹੈ। ਤਾਂ ਮੈਂ ਥੋੜੀ ਜਿਹੀ ਅਲੱਗ ਆ, ਮੈਨੂੰ ਨਾ ਜ਼ਿਆਦਾ ਕੁਕਿੰਗ ਦਾ ਜਾਂ ਇਹਨਾਂ ਚੀਜ਼ਾਂ ਦਾ ਸ਼ੌਕ ਨਹੀਂ ਆ। ਮੈਂ ਥੋੜੀ ਟੌਮਬੋਇਸ਼ ਵਾਲੀ ਕੁੜੀ ਆ। ਤੇ ਮੈਨੂੰ ਹਰ ਟਾਈਮ ਮੇਰੇ ਡੈਡ ਨੇ ਇਹ ਕਿਹਾ ਜੇ ਨਹੀਂ ਮਨ ਲੱਗਦਾ ਨਹੀਂ ਕਰਨਾ, ਕੋਈ ਚੱਕਰ ਹੀ ਨਹੀਂ, ਪਰ ਤੇਰਾ ਮਨ ਐਕਟਿੰਗ 'ਚ ਲੱਗਦਾ ਤੂੰ ਉਹਦੇ 'ਚ ਰਹਿ, ਕੋਈ ਚੱਕਰ ਨਹੀਂ। ਪਰ ਇਹ ਚੀਜ਼ਾਂ ਮਨ ਮਾਰ ਕੇ ਨਹੀਂ ਕੁਝ ਸਿੱਖਣਾ। ਜੈਸਮੀਨ, ਪਿੰਡਾਂ ਦੇ ਬਹੁਤ ਜ਼ਿਆਦਾ ਸੀਨ ਹੈ, ਜਦੋਂ ਚਾਹੇ ਉਹ ਮੱਝਾਂ ਵਾਲਾ ਸੀਨ ਹੋਵੇ, ਮੁਰਗਿਆਂ ਵਾਲਾ ਹੋਵੇ ਜਾਂ ਗੋਬਰ ਵਾਲੇ, ਉਸ ਨੂੰ ਸਭ ਨੂੰ ਦੇਖ ਕੇ ਕੀ ਫਸਟ ਰਿਐਕਸ਼ਨ ਸੀ ਤੁਹਾਡਾ? ਮੇਰੇ ਨਹੀਂ ਹੋਏ ਸੀਨ, ਮੈਂ ਵਿਸ਼ ਕਰਦੀ ਸੀ ਕਿ ਮੇਰੇ ਇਹੋ ਜਿਹੇ ਸੀਨ ਹੋਣ ਕਿਉਂਕਿ ਉਹਦੇ ਨਾਲ ਨਾ ਮੈਨੂੰ ਸੁਣਿਆ ਕਿ ਮੈਨੂੰ ਇਹਨਾਂ ਨੇ ਦੱਸਿਆ ਕਿ ਅਸੀਂ ਬਹੁਤ ਮਜ਼ਾ ਕੀਤਾ। ਮੈਂ ਕਿਹਾ ਯਾਰ ਮੈਂ ਮਿਸ ਕਰਤਾ। ਪਰ ਹਰ ਟਾਈਮ ਪਤਾ ਕੀ ਹੈ, ਪਿੰਡਾਂ 'ਚ ਜਾ ਕੇ ਮੂਵੀ ਕਰਨ ਦਾ ਮਜ਼ਾ ਹੀ ਕੁਝ ਹੋਰ ਹੁੰਦਾ। ਮੈਂ ਹਾਲ ਤੱਕ ਜਿੰਨੇ ਵੀ ਰੋਲਸ ਕੀਤੇ ਆ ਜਾਂ ਜਿੰਨਾ ਵੀ ਕੰਮ ਕੀਤਾ ਹੈ, ਮੇਰੀ ਜਿੰਨੀ ਫਿਲਮਾਂ ਨੇ ਉਹ ਸਾਰੀ ਗਰਾਊਂਡਡ ਸੀਗੀ, ਬਹੁਤ ਪਿੰਡਾਂ ਵਾਲੀ ਸੀਗੀ। ਕੋਈ ਵੀ ਮਾਡਰਨ ਕੈਰੈਕਟਰ ਨਹੀਂ ਮੈਂ ਹਾਲੇ ਤੱਕ ਕੀਤਾ। ਤੇ ਮਜ਼ਾ ਆਉਂਦਾ ਹੈ ਉਹ ਪੰਜਾਬੀ ਕਲਚਰ ਨੂੰ ਦੇਖ ਕੇ, ਇਹਨਾਂ ਖੇਤਾਂ ਨੂੰ ਦੇਖ ਕੇ, ਉਹਨਾਂ ਦੇ ਵਿੱਚ ਕੰਮ ਕਰਕੇ ਫੀਲ ਆਉਂਦੀ ਹੈ। ਤੇ ਤੁਸੀਂ ਨਾ ਜਦੋਂ ਸਪੈਸ਼ਲੀ ਤਰਸੇਮ ਜੱਸਰ ਜੀ ਤੇ ਰਣਜੀਤ ਬਾਵਾ ਜੀ ਇਹ ਤੁਹਾਡੀ ਫਿਲਮ 'ਚ ਹੋਣਾ, ਉਹਦਾ ਦੁੱਗਣਾ ਮਜ਼ਾ ਹੋ ਜਾਂਦਾ ਹੈ। ਫਿਰ ਬਿਲਕੁਲ, ਤੁਹਾਡੇ ਨਾਲ ਵਿਆਹ ਕਰਾਉਣ ਲਈ ਬਹੁਤ ਸਾਰੇ ਜੁਗਾੜ ਤਰਸੇਮ ਜੱਸੜ ਜੀ ਨੂੰ ਕਰਨੇ ਪੈਂਦੇ ਨੇ, ਤੇ ਕਿਵੇਂ ਤੁਹਾਨੂੰ ਮਨਾਉਣ 'ਚ ਕਾਮਯਾਬ ਹੋਏ? ਪਹਿਲਾਂ ਤਾਂ ਤਰਸੇਮ ਜੱਸੜ, ਫਿਰ ਉਸ ਤੋਂ ਬਾਅਦ ਵਿਆਹ ਦੀ ਕਹਾਣੀ ਸਿਰੇ ਚੜ੍ਹਦੀ ਹੈ। ਨਹੀਂ, ਉਹ ਤਾਂ ਤੁਹਾਨੂੰ ਮੂਵੀ ਦੇਖ ਕੇ ਪਤਾ ਲੱਗੂਗਾ ਕਿਉਂਕਿ ਸਾਰੀ ਕਹਾਣੀ ਉਹਦੇ ਤੇ ਹੈ ਕਿ ਉਹ ਕੀ ਹੁੰਦਾ ਆ ਜਦੋਂ ਇੰਨਾ ਝੂਠ ਬੋਲ ਲਿਆ, ਇੱਕ ਝੂਠ ਬੋਲਣ ਲਈ ਕਿੰਨੇ ਝੂਠ ਬੋਲੇ। ਪਰ ਇੱਕ ਉਹ ਕਹਿੰਦੇ ਨਾ ਕਿ ਕੁੜੀ ਦਾ ਵੀ ਇੱਕ, ਜੇ ਉਹਦੇ ਪੁਆਇੰਟ ਆਫ View ਤੋਂ ਵੀ ਤੁਸੀਂ ਸੋਚੋ, ਇੱਕ ਕੁੜੀ ਦਾ ਸੁਪਨਾ ਹੁੰਦਾ ਕਿ ਅੱਜ ਮੈਂ ਵਿਆਹ ਕਰਕੇ ਮੈਂ ਜਾਵਾਂ ਇੱਕ ਪੱਕੇ ਘਰ 'ਚ ਜਾਵਾਂ। ਜ਼ਿਆਦਾ ਕੁਝ ਤਾਂ ਮੰਗਦੀ ਨਹੀਂ, ਘੱਟੋ ਘੱਟ ਇੰਨਾ ਮੰਗਦੀ ਕਿ ਮੇਰਾ ਫਿਊਚਰ ਸਿਕਿਉਰ ਹੋਵੇ। ਤੇ ਇਹ ਜਿਹੜੀ ਸੀਰਤ ਜਿਹੜਾ ਕੈਰੈਕਟਰ ਇਹਨੂੰ ਹੈ ਕਿ ਇਹਦੀ ਕੋਠੀ ਹੋਵੇ, ਇਹਨੂੰ ਇਹਦੇ ਸੁਪਨੇ ਆ ਉਹ ਜਿਹੀ ਚੀਜ਼ਾਂ। ਇਹਨੇ ਵਿਆਹ ਕਰਾ ਕੇ ਇਹੋ ਰਹਿਣਾ, ਇਹੋ ਜਿਹਾ ਰਹਿਣਾ, ਇਹੋ ਜਿਹਾ ਕਰਨਾ। ਤੇ ਉਹ ਚੀਜ਼ ਲਈ ਉਹ ਕਿੰਨੀ ਮਿਹਨਤ ਕਰ ਸਕਦਾ ਹੈ, ਜਾਂ ਮਿਹਨਤ ਛੱਡੋ ਵਿੱਚੋਂ ਕੀ ਲੱਭ ਰਿਹਾ ਕਿ ਕਿਵੇਂ ਉਹਨੂੰ ਸੌਖਾ ਕਰਦੇ, ਉਹਦੇ ਉੱਤੇ ਮੂਵੀ ਹੈ ਤੇ ਤੁਹਾਨੂੰ ਦੇਖ ਕੇ ਹੀ ਪਤਾ ਲੱਗੂਗਾ। ਪਰ ਮੈਂ ਇਹ ਕਹਿ ਸਕਦੀ ਹਾਂ ਤੁਸੀਂ ਨਿਰਾਸ਼ ਨਹੀਂ ਹੋਵੋਗੇ, ਬਹੁਤ ਹੀ ਐਂਟਰਟੇਨਿੰਗ ਮੂਵੀ ਆ। ਫਿਲਮ ਦੇ ਵਿੱਚ ਵੀ ਨਾ, ਟ੍ਰੇਲਰ 'ਚ ਵੀ, ਜਦੋਂ ਤੁਹਾਡੇ ਜਿਹੜੇ ਫਿਲਮ ਦੇ ਵਿੱਚ ਪੇਰੈਂਟਸ ਬਣੇ, ਫੈਮਿਲੀ ਮੈਂਬਰਸ, ਉਹ ਜੱਸੜ ਜੀ ਦੇ ਘਰੇ ਜਾਂਦੇ ਹੋ, ਇਹ ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਵੀ ਕਿਸੇ ਵੀ ਕੁੜੀ ਦਾ ਪਿਓ ਇਹ ਜ਼ਰੂਰ ਚਾਹੁੰਦਾ ਵੀ ਸਿਰ ਤੇ ਛੱਤ ਤਾਂ ਹੋਵੇ। ਹਾਂ, ਪੱਕੇ ਘਰ 'ਚ ਤਾਂ ਜਾਵੇ ਕੁੜੀ। ਤੇ ਸਭ ਦਾ ਹੀ ਇਹ ਹੁੰਦਾ ਹੈ। ਮੈਨੂੰ ਲੱਗਦਾ ਸ਼ਿਤਿਜ ਸਰ ਦੀ ਇਹੀ ਖਾਸੀਅਤ ਹੈ, ਉਹ ਜਿਹੜੀ ਵੀ ਮੂਵੀਜ਼ ਬਣਾਉਂਦੇ ਨਾ ਉਹ ਇੰਨੀ ਰਿਲੇਟੇਬਲ ਹੁੰਦੀ ਹੈ, ਉਹਨਾਂ ਦੇ ਮੈਸੇजेस ਇੰਨੇ ਰਿਲੇਟੇਬਲ ਹੁੰਦੇ ਆ ਸਾਡੇ ਹੁਣ ਜੋ ਚੱਲਦਾ ਆ ਰਿਹਾ ਉਹਦੇ ਉੱਤੇ ਹੀ ਹੈ। ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਿ ਇਹ ਚੀਜ਼ਾਂ ਨਾ ਲੋਕਾਂ ਨੂੰ ਪਸੰਦ ਆਉਂਦੀ ਹੈ। ਜਦੋਂ ਉਹ ਜਾਂਦੇ ਆ ਇੱਕ ਮੂਵੀ ਦੇਖਣ ਤੇ ਕਹਿੰਦੇ ਇਹ ਤਾਂ ਸਾਡੇ ਘਰ ਦੀ ਕਹਾਣੀ ਹੈ, ਇਹ ਤਾਂ ਸਾਡੇ ਘਰ ਹੁੰਦਾ। ਇਹ ਨਾ ਅੱਧੀ ਸਕਸੈਸ ਤਾਂ ਤੁਹਾਨੂੰ ਫਿਲਮ ਦੀ ਤਾਂ ਹੀ ਮਿਲ ਜਾਂਦੀ ਹੈ। ਟ੍ਰੇਲਰ ਦੇ ਥੱਲੇ ਨਾ ਲੋਕੀ ਬਹੁਤ ਸਾਰੇ ਕਮੈਂਟ ਕਰ ਰਹੇ ਨੇ, ਉਸ ਦੇ ਵਿੱਚ ਇੱਕ ਬੱਚੇ ਦਾ ਵੀ ਡਾਇਲੋਗ ਕਹਿੰਦੇ ਜੇ ਇਹ ਉਹ ਪਿੰਡ ਹੈ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਆ, ਹਨਾ? ਦੇਖ ਲਓ ਤੁਸੀਂ, ਇਹ ਡਾਇਲੋਗ ਦਾ ਮਾਇਨੇ ਹੀ ਬਦਲ ਗਏ ਹੁਣ ਕਿਉਂਕਿ ਪਹਿਲਾਂ ਜਦੋਂ ਆਪਾਂ ਸ਼ੂਟ ਕੀਤਾ ਸੀ ਉਹ ਰੋਬ ਸੀਗਾ ਇਸ ਡਾਇਲੋਗ ਦਾ। ਹੁਣ ਦੇਖੋ ਤਾਂ ਇੱਕ ਇਮੋਸ਼ਨਲ ਕਨੈਕਟ ਆ। ਤੇ ਇੱਕ ਤਰ੍ਹਾਂ ਦੇ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਡਾਇਲੋਗ ਜਿਹੜਾ ਆਪਾਂ ਕਿਸੇ ਨੂੰ ਮਤਲਬ ਕਿਸੇ ਦੇ ਹੋਣ ਤੇ ਕਰ ਰਹੇ ਆ ਉਹਦੀ ਯਾਦ ਬਣ ਜਾਊਗਾ। ਪਰ ਉਹ ਡਾਇਲੋਗ ਮੈਨੂੰ ਲੱਗਦਾ ਸਾਡੀ ਫਿਲਮ ਦਾ ਇੱਕ ਆਈਕੋਨਿਕ ਡਾਇਲੋਗ ਹੁਣ ਬਣ ਹੀ ਚੁੱਕਿਆ ਹੈ। ਤੇ ਬੱਚੇ ਤੋਂ ਬੁਲਵਾਣਾ ਤਾਂ ਹੀ ਇੰਨਾ ਜ਼ਿਆਦਾ ਸੋਹਣਾ ਰਿਹਾ ਕਿਉਂਕਿ ਬੱਚਾ ਫੈਨ ਹੈ, ਹੁਣੇ ਵੀ ਹੈ। ਇਹ ਫਿਲਮ ਤਾਂ ਪਹਿਲਾਂ ਸ਼ੂਟ ਹੋ ਗਈ ਸੀ ਨਾ? ਇਹ ਫਿਲਮ ਪਹਿਲਾਂ ਸ਼ੂਟ ਹੋ ਗਈ ਸੀ ਤੇ ਫਿਲਮ ਪਹਿਲਾਂ ਸ਼ੂਟ ਹੋ ਗਈ, ਜੋ ਹੋਇਆ ਉਹ ਵੀ ਹੁਣੇ ਹੀ ਹੋਇਆ। ਤਾਂ ਕੀ ਕਰ ਸਕਦੇ ਆ ਉਹਦੇ ਬਾਰੇ, ਪਰ ਇਹੀ ਆ ਕਿ ਅਸੀਂ ਜਿੰਨਾ ਉਹਨੂੰ ਯਾਦ 'ਚ ਰੱਖੀਏ, ਉਹਨਾਂ ਦੇ ਡਾਇਲੌਗਸ 'ਚ, ਉਹਨਾਂ ਦੇ ਗਾਣਿਆਂ ਦੇ ਜਿਹੜੇ ਲਿਰਿਕਸ ਹੈ, ਉਹਨਾਂ ਦੇ ਬੋਲਾਂ 'ਚ ਯਾਦ ਰੱਖੀਏ, ਉਹਨਾਂ ਆਪਾਂ ਯਾਦ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੇ ਵਿੱਚ ਵੀ ਨਾ ਲੋਕ ਜਿਹੜੇ ਆ ਟ੍ਰਿਬਿਊਟ ਦੀ ਤਰ੍ਹਾਂ ਇਹਨੂੰ ਡਾਇਲੌਗ ਨੂੰ ਯੂਜ਼ ਕਰ
ਯਾਦਗਾਰ ਸੋਚਿਆ ਨਹੀਂ ਸੀ ਜਦੋਂ ਤੁਸੀਂ ਐਂ ਦੇਖੋ ਨਾ, ਅਸੀਂ ਜਦੋਂ ਇਹ ਬਣਾਇਆ ਸੀ ਕਾਮਿਕ ਵੇ ਚ ਬਣਾਇਆ ਸੀ ਉਸ ਟਾਈਮ, ਮਾਇਨੇ ਅਲੱਗ ਸੀ ਜਿਵੇਂ ਮੈਂ ਕਿਹਾ, ਹੁਣ ਦੇਖੋ ਤਾਂ ਇੱਕ ਟ੍ਰਿਬਿਊਟ ਬਣ ਗਿਆ ਉਹ। ਪਰ ਸੋਚਿਆ ਨਹੀਂ ਸੀ ਕਿ ਜਿਹੜੇ ਬੰਦੇ ਅੱਜ ਸਾਡੇ ਨਾਲ ਹੈ ਉਹ ਕੱਲ ਹੋਣਗੇ ਕਿ ਨਹੀਂ ਹੋਣਗੇ ਸਾਡੇ ਨਾਲ। ਪਰ ਇੱਕ ਚੀਜ਼ ਮੈਨੂੰ ਖੁਸ਼ੀ ਆ ਇਸ ਗੱਲ ਦੀ ਕਿ ਮੈਨੂੰ ਨਹੀਂ ਪਤਾ ਸੀ ਕਿ ਇਹੋ ਜਿਹਾ ਕੁਝ ਡਾਇਲੌਗ ਸਾਡੀ ਫਿਲਮ 'ਚ ਹੈ, ਕਿਉਂਕਿ ਉਹ ਜਿਹੜਾ ਸਕੈਡ ਸੀ ਉਹ ਬੱਚਿਆਂ ਦਾ ਮੈਂ ਨਹੀਂ ਦੇਖਿਆ, ਉਹ ਸੀਨ ਹੀ ਨਹੀਂ ਦੇਖਿਆ ਸੀ। ਜਦੋਂ ਟ੍ਰੇਲਰ ਆਇਆ ਮੈਂ ਵੀ ਇਮੋਸ਼ਨਲ ਸੀਗੀ ਤੇ ਮੈਨੂੰ ਵਧੀਆ ਲੱਗਿਆ ਕਿ ਮੈਂ ਇਹੋ ਜਿਹੀ ਮੂਵੀ ਦਾ ਪਾਰਟ ਆ ਜਿਹਦੇ 'ਚ ਡਾਇਲੌਗ ਇਹ ਹੈਗਾ ਕਿ ਅਸੀਂ ਟ੍ਰਿਬਿਊਟ ਦੇ ਰਹੇ ਹਾਂ ਤੇ ਅਸੀਂ ਫਿਲਮ 'ਚ ਵੀ ਦਿੱਤੀ ਹੈ। ਤੇ ਅਸੀਂ, ਮੈਨੂੰ ਲੱਗਦਾ ਆ ਕਿ ਉਹਨਾਂ ਦੀ ਯਾਦ ਨੂੰ ਜਿੰਨਾ ਜ਼ਿੰਦਾ ਰੱਖ ਸਕਦੇ ਹਾਂ ਆਪਾਂ ਰੱਖਾਂਗੇ। ਕਦੀ ਮਨ ਦੇ ਵਿੱਚ ਸੁਪਨਾ ਸੀ, ਕਦੀ ਸੋਚਿਆ ਸੀ ਵੀ ਮੈਂ ਮੂਸੇ ਵਾਲ ਨਾਲ ਕੰਮ ਕਰੂੰ? ਬਿਲਕੁਲ, ਮੇਰਾ ਇੱਕ ਇੰਟਰਵਿਊ ਵੀ ਬਹੁਤ ਵਾਇਰਲ ਹੋਇਆ ਸੀ ਜਿਹਦੇ ਚ ਯਾਰ ਜਿਗਰੀ ਦੇ ਟਾਈਮ ਮੈਂ ਇੱਕ ਇੰਟਰਵਿਊ ਦਿੱਤਾ ਸੀ। ਮੈਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਕਿਹੜੇ ਸਿੰਗਰ ਨਾਲ ਕੰਮ ਕਰਨਾ ਚਾਹੋਗੇ, ਕਿਹੜੇ ਸਿੰਗਰ ਦਾ ਗਾਣਾ ਕਰਨਾ ਚਾਹੋਗੇ, ਤਾਂ ਮੈਂ ਕਿਹਾ ਸੀ ਕਿ ਮੈਂ ਸਿੱਧੂ ਮੂਸੇਵਾਲਾ ਨਾਲ ਮੈਂ ਕੰਮ ਕਰਨਾ ਚਾਹੂੰਗੀ। ਤੇ ਮੇਰਾ ਕੀ ਪਤਾ ਸੀ ਉਹ ਸੁਪਨਾ ਹੀ ਰਹਿ ਜਾਊਗੇ। ਤੇ ਮੈਨੂੰ ਹੁਣੇ ਵੀ ਲੱਗਦਾ ਆ ਕਿ ਨਹੀਂ ਯਾਰ, ਮੈਂ ਉਹਨਾਂ ਦੇ ਨਾਲ ਕੰਮ ਕਰਨਾ ਸੀ, ਇਹੋ ਜਿਹਾ ਨਹੀਂ ਹੋਣਾ ਚਾਹੀਦਾ ਸੀ। ਬਹੁਤ ਦੁੱਖ ਲੱਗਿਆ, ਸਾਰਿਆਂ ਨੂੰ ਲੱਗਿਆ, ਕਿਉਂਕਿ ਇਹੋ ਜਿਹੀ ਜਿਹੜੀ ਚੀਜ਼ ਇਹ ਹੋਈ ਹੈ, ਮਤਲਬ ਮੈਂ ਵੈਸੇ ਤਾਂ ਕਹਿੰਦੀ ਹਾਂ ਕਿ ਇਹ ਹੋਣਾ ਹੀ ਨਹੀਂ ਚਾਹੀਦਾ ਸੀ, ਪਰ ਹਾਦਸੇ ਜਰੇ ਜਾਂਦੇ ਆ। ਇਹ ਜਿਹੜਾ ਹੋਇਆ ਇਹ ਜਰਿਆ ਹੀ ਨਹੀਂ ਜਾ ਰਿਹਾ ਕਿਸੇ ਨੂੰ, ਮਤਲਬ ਬਿਲੀਵ ਹੁਣ ਤੱਕ ਨਹੀਂ ਹੋ ਰਿਹਾ। ਮੈਂ ਹੁਣੇ ਵੀ ਜਿੰਨੇ ਵੀ ਦਿਨ ਹੋ ਗਏ ਮੈਂ ਉਹਨਾਂ ਦੇ ਹੀ ਗਾਣੇ ਸੁਣ ਰਹੀ ਹਾਂ ਤੇ ਹੁਣ ਉਹ ਗਾਣਿਆਂ ਦੇ ਮਾਇਨੇ ਹੀ ਬਦਲ ਗਏ। ਜਿਹੜੇ ਰੋਬ ਵਾਲੇ ਗਾਣੇ ਵੀ ਆ ਉਹ ਸੁਣ ਕੇ ਨਾ ਉਹ ਰੋਬ ਨਹੀਂ ਆ ਰਿਹਾ, ਇਮੋਸ਼ਨ ਆ ਰਿਹਾ ਹੈ। ਤੇ ਮੈਨੂੰ ਸੀਗਾ ਉਹਨਾਂ ਨੂੰ ਮਿਲਣਾ ਚਾਹੁੰਦੀ ਸੀ, ਮੈਂ ਉਹਨਾਂ ਨੂੰ ਦੇਖਣਾ ਚਾਹੁੰਦੀ ਸੀ। ਉਹਨਾਂ ਦੇ ਗਾਣੇ ਮੈਂ ਇੰਨੇ ਸੁਣੇ, ਮੈਂ ਬਹੁਤ ਵੱਡੀ ਫੈਨ ਰਹੀ ਹਾਂ ਉਹਨਾਂ ਦੀ। ਪਰ ਜੈਸਮੀਨ, ਹੁਣ ਵੀ ਨਾ ਸਭ ਦੀਆਂ ਗੱਡੀਆਂ ਦੇ ਵਿੱਚ, ਘਰਾਂ ਦੇ ਵਿੱਚ ਉਹਨਾਂ ਦੇ ਗਾਣੇ ਵੱਜਦੇ ਆ ਤੇ ਈਵਨ ਇਹ ਲੱਗਦਾ ਵੀ ਉਹ ਸਾਡੇ ਵਿਚਕਾਰ ਨਹੀਂ ਰਹੇ, ਇੱਕ ਸੁਪਨਾ ਹੈ। ਸੁਪਨਾ ਹੈ, ਉਹ ਕਹਿੰਦੇ ਨਾ ਬਿਲੀਵ ਹੀ ਨਹੀਂ ਹੋ ਰਿਹਾ। ਇਹ ਫਿਲਮ ਦੇ ਵਿੱਚ ਤਿੰਨ ਸਰਦਾਰਾਂ ਦੀ ਜੋੜੀ ਵੀ ਹੈ, ਕਹਿੰਦੇ ਵੀ ਰਣਜੀਤ ਤੇ ਤਰਸੇਮ, ਉੱਤੋਂ ਸਰਦਾਰ ਤੇ ਉੱਤੋਂ ਦਿਲਦਾਰ। ਇਹ ਵੀ ਕਮੈਂਟ ਤੇ ਕੰਪਲੀਮੈਂਟਸ ਬੜੇ ਦੇ ਰਹੇ ਨੇ। ਇਹ ਹੈਗਾ ਹੀ ਹੈ, ਫਿਰ ਹੁਣ ਕੀ ਕਰ ਸਕਦੇ। ਦੋਨੋਂ ਤੁਸੀਂ ਦੇਖੋ, ਦੋਨੋਂ ਸਰਦਾਰ, ਇੰਨੇ ਸੋਹਣੇ ਸਰਦਾਰ ਤੇ ਇੰਨੇ ਰੋਹ ਵਾਲੇ ਸਰਦਾਰ, ਤੇ ਦੋਨਾਂ ਦੇ ਤੁਹਾਨੂੰ ਜਿਵੇਂ ਉਹਨਾਂ ਦੇ ਪਰਸਨਲੀ ਵੀ ਉਹ ਜਿਹੋ ਜਿਹੇ ਹੈਗੇ ਆ, ਰਣਜੀਤ ਜੀ ਤੇ ਤਰਸੇਮ ਜੀ, ਉਹਨਾਂ ਨੇ ਆਪਣੇ ਪੰਜਾਬੀ ਕਲਚਰ ਨੂੰ ਇੰਨਾ ਜਿਉਂਦਾ ਰੱਖਿਆ ਹੈ ਤੇ ਇੰਨੀ ਗੱਲ ਕਰਦੇ ਆ ਉਹ ਅੱਜ ਵੀ। ਮਤਲਬ ਅੱਜ ਦੇ ਜ਼ਮਾਨੇ 'ਚ ਇਹੋ ਜਿਹੇ ਯੰਗਸਟਰਸ ਇੰਨਾ ਪੰਜਾਬੀ ਕਲਚਰ ਨੂੰ ਦੇ ਬਾਰੇ ਜਾਣਨਾ ਈਜ਼ੀ ਨਹੀਂ ਆ, ਤੇ ਉਹ ਜੇ ਉਹਨਾਂ ਤੇ ਸੂਟ ਵੀ ਕਰਦਾ ਹੈ ਫਿਰ। ਤੇ ਵਧੀਆ ਲੱਗਿਆ ਕਿ ਸਾਰੇ ਸਰਦਾਰ ਨੇ। ਤੀਜਾ ਵੀ ਇੱਕ ਜਿਹੜਾ ਡੈਬਿਊ ਕਰ ਰਿਹਾ ਗੁਰਬਾਜ਼, ਉਹ ਵੀ ਮਤਲਬ ਸੋਹਣਾ ਸਰਦਾਰ ਮਤਲਬ ਮਜ਼ਾ ਆਇਆ ਕੰਮ ਕਰਕੇ ਇਹਦੇ 'ਚ ਕਿ ਸਾਰੇ ਤਿੰਨੋਂ ਸਰਦਾਰ ਹੈ। ਤੇ ਜੋੜੀ ਵੀ ਫਿਰ ਉਹ ਵਧੀਆ ਲੱਗੀ, ਇੱਕ ਬਾਵਾ, ਇੱਕ ਜੱਸੜ ਤੇ ਫਿਰ ਬਾਜਵਾ। ਉਹ ਚੀਜ਼ ਫਿਰ ਮਜ਼ਾ ਆਉਂਦਾ। ਦੇਖੋ ਹੁਣ ਲੋਕਾਂ ਨੂੰ ਪਸੰਦ ਆਣੀ ਚਾਹੀਦੀ ਹੈ। ਬਿਲਕੁਲ, ਫਿਲਮ ਨੂੰ ਤਾਂ, ਟ੍ਰੇਲਰ ਨੂੰ ਤਾਂ ਬਹੁਤ ਪਿਆਰ ਕਰ ਰਹੇ ਨੇ। ਮੈਂ ਨਾ ਕਮੈਂਟਸ ਦੇ ਵਿੱਚ ਪੜਿਆ, ਮੈਂ ਅੱਜ ਹੁਣੇ ਪੜ੍ਹ ਕੇ ਆਈ ਸੀ, ਤੇ ਕਮੈਂਟਸ ਦੇ ਵਿੱਚ ਨਾ ਜਿਹੜੇ ਆਪਣੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਉਹ ਤਾਂ ਕਮੈਂਟਸ ਕਰ ਹੀ ਰਹੇ ਨੇ, ਇੰਡੀਅਨਸ ਲੋਕ ਕਮੈਂਟ ਕਰ ਰਹੇ ਨੇ, ਬਟ ਜਿਹੜੇ ਪਾਕਿਸਤਾਨ ਦੇ ਵਿੱਚ ਵੀ ਤੁਹਾਡੇ ਫੈਨਸ ਨੇ ਨਾ, ਉਹ ਵੀ ਟ੍ਰੇਲਰ ਨੂੰ ਬਹੁਤ ਪਿਆਰ ਕਰ ਰਹੇ ਨੇ। ਉਹਨਾਂ ਨੂੰ ਵੀ ਬਹੁਤ ਸੋਹਣਾ ਲੱਗ ਰਿਹਾ ਵੀ ਹਾਂ, ਇੱਕ ਪ੍ਰੋਪਰ ਪੇਂਡੂ ਕਲਚਰ, ਸਾਡਾ ਪਿੰਡਾਂ ਵਾਲਾ ਰਹਿਣ ਸਹਿਣ ਸਭ ਕੁਝ ਦਿਖਾਇਆ। ਪਾਕਿਸਤਾਨ 'ਚ ਤੁਹਾਨੂੰ ਪਤਾ ਸਾਡੀ ਇੰਡਸਟਰੀ ਦੀ ਬਹੁਤ ਵੱਡੀ ਫੋਲੋਇੰਗ ਉੱਥੇ ਹੈ, ਕਿਉਂਕਿ ਉੱਧਰ ਵੀ ਪੰਜਾਬੀ ਬੋਲੀ ਜਾਂਦੀ ਹੈ। ਉਹ ਸਾਡੀ ਫਿਲਮਾਂ ਦੇਖਦੇ ਹੈ, ਪਸੰਦ ਕਰਦੇ ਹੈ। ਕਿੰਨੇ ਪੰਜਾਬੀ ਐਕਟਰਸ ਨੇ ਜਿਹੜੇ ਕੰਮ ਕਰਦੇ ਨੇ ਸਾਡੇ ਨਾਲ। ਹੁਣ ਐਮੀ ਵਿਰਕ ਦੀ ਮੂਵੀ 'ਚ ਕੰਮ ਕੀਤਾ ਸੀ, ਅਮਰਿੰਦਰ ਗਿੱਲ ਸਰ ਦੀ ਮੂਵੀ 'ਚ ਆਉਂਦੇ ਹੈ। ਤੇ ਕਹਿੰਦੇ ਕਿ ਯਾਰ ਐਂਟਰਟੇਨਮੈਂਟ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕੋਈ ਵੀ ਦੇਸ਼ ਨੂੰ ਜੋੜ ਕੇ ਰੱਖਦੀ ਹੈ, ਭਾਵੇਂ ਜੋ ਮਰਜ਼ੀ ਹੋਵੇ, ਉਹਨਾਂ ਦਾ ਵੈਰ ਹੋਵੇ, ਉਹਨਾਂ ਦੀ ਦੋਸਤੀ ਹੋਵੇ, ਐਂਟਰਟੇਨਮੈਂਟ ਸਾਰਿਆਂ ਲਈ ਇੱਕੋ ਹੀ ਆ। ਤੇ ਜਿਹੜਾ ਲੋਕਾਂ ਨੇ ਪਸੰਦ ਕਰਨਾ ਇੱਕ ਮੂਵੀ ਲਈ ਪਿਆਰ ਲੋਕਾਂ ਦਾ, ਕੋਈ ਇੱਥੇ ਆ ਜਾਂ ਜੋ ਉੱਥੇ ਆ, ਉਹ ਇੱਕੋ ਹੀ ਆ। ਤੇ ਵਧੀਆ ਲੱਗਦਾ ਮੈਨੂੰ ਵੀ। ਕਈ ਵਾਰ ਪਰਸਨਲ ਕਮੈਂਟਸ ਆਉਂਦੇ, ਯਾਰ ਜਿਗਰੀ ਨੂੰ ਲੈ ਕੇ ਵੀ ਆਉਂਦੇ ਸੀਗੇ ਕਿ ਯਾਰ ਜਿਗਰੀ ਬਹੁਤ ਪਪੂਲਰ ਹੋਇਆ ਸੀ ਪਾਕਿਸਤਾਨ 'ਚ। ਤੇ ਮੈਨੂੰ ਕਿਤੇ ਨਾ ਕਿਤੇ ਲੱਗਦਾ ਯਾਰ ਵਧੀਆ ਗੱਲ ਹੈ, ਆਪਾਂ ਰਲ ਮਿਲ ਕੇ ਕੰਮ ਕਰੀਏ, ਵਧੀਆ ਲੱਗਦਾ। ਐਂਟਰਟੇਨਮੈਂਟ 'ਚ ਤਾਂ ਮੈਨੂੰ ਲੱਗਦਾ ਫਿਲਮਾਂ 'ਚ, ਗਾਣਿਆਂ 'ਚ, ਐਕਟਿੰਗ 'ਚ ਇੱਥੇ ਨਾ ਕੋਈ ਡਿਵਾਈਡ ਨਹੀਂ ਕਰ ਸਕਦਾ ਕਿਸੇ ਵੀ ਚੀਜ਼ ਨੂੰ। ਕੋਈ ਇਹਦੇ 'ਚ ਕੋਈ ਉਹ ਨਹੀਂ ਆ, ਵਿੱਚ ਕੋਈ ਦੀਵਾਰ ਨਹੀਂ ਹੈ। ਇਹਦੇ 'ਚ ਸਾਰਿਆਂ ਨੇ ਰਲ ਮਿਲ ਕੇ ਕੰਮ ਕਰਨਾ। ਮੈਂ ਤਾਂ ਇਹ ਵੀ ਚਾਹੁੰਦੀ ਹਾਂ ਕਿ ਉਹਨਾਂ ਦੇ ਸਿੰਗਰਸ ਜਿੰਨਾ ਇੱਧਰ ਵੀ ਖੁੱਲ ਕੇ ਕੰਮ ਕਰ ਸਕਦੇ ਉਹ ਕਰਨ, ਕਿਉਂਕਿ ਅਸੀਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ। ਉੱਧਰ ਦੇ ਆਰਟਿਸਟ ਜਿਹੜੇ ਨੇ, ਤੇ ਉਹਨਾਂ ਦਾ ਵੀ ਹਮੇਸ਼ਾ ਆਰਟਿਸਟਾਂ ਲਈ ਸਪੋਰਟ ਰਿਹਾ ਹੈ। ਬਿਲਕੁਲ, ਆਡੀਅנס ਨੂੰ ਕੀ ਕਹੋਗੇ ਫਿਲਮ ਨੂੰ ਲੈ ਕੇ? ਮੈਂ ਇਹ ਕਹਾਂਗੀ ਕਿ 1 ਜੁਲਾਈ ਨੂੰ ਖਾਓ ਪੀਓ ਐਸ਼ ਕਰੋ ਆ ਰਹੀ ਹੈ। ਅਸੀਂ ਬਹੁਤ ਪਿਆਰ ਨਾਲ ਇਹ ਮੂਵੀ ਬਣਾਈ ਤੇ ਬਹੁਤ ਮਖੌਲ ਨਾਲ ਵੀ ਬਣਾਈ ਆ, ਬਹੁਤ ਮਜ਼ਾ ਕੀਤਾ ਹੈ। ਤੇ ਸ਼ਰਾਰਤੀ
ਸ਼ਰਾਰਤੀ ਜੇ ਲੋਕ ਹੈ ਇਹਦੇ 'ਚ ਤੇ ਤੁਸੀਂ ਆਪੇ ਸੋਚ ਲਓ ਤੁਹਾਨੂੰ ਕਿੰਨਾ ਮਜ਼ਾ ਆਉਣ ਵਾਲਾ ਹੈ। ਤੁਸੀਂ ਸਾਰਾ ਆਪਣਾ ਸ਼ਰੀਕਾ ਲੈ ਕੇ ਜਾਣਾ ਹੈ ਪੂਰਾ ਦਾ ਪੂਰਾ, ਤੁਸੀਂ ਆਪਣਾ ਤਾਏ ਮਾਮੇ ਚਾਚੇ ਉਹਨਾਂ ਦੇ ਬੱਚੇ ਤੁਸੀਂ ਸਾਰੇ ਰਲ ਮਿਲ ਕੇ ਜਾਇਓ, ਕਿਉਂਕਿ ਇਹ ਮੂਵੀ ਉਹ ਜੀ ਹੈ, ਫੈਮਿਲੀ ਐਂਟਰਟੇਨਰ ਮੂਵੀ ਆ। ਤੇ ਮੈਂ ਇਹ ਕਹਾਂਗੀ ਕਿ ਤੁਸੀਂ ਸਾਰੇ 1 ਜੁਲਾਈ ਨੂੰ ਆਓ, ਮੈਂ ਪ੍ਰੋਮਿਸ ਕਰਦੀ ਹਾਂ ਕਿ ਤੁਸੀਂ ਬਹੁਤ ਹੱਸ ਕੇ ਜਾਓਗੇ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਤਾਂ ਜੈਸਮਿਨ ਬਾਜਵਾ ਨਾਲ ਗੱਲਾਂ ਬਾਤਾਂ ਕੀਤੀਆਂ ਫਿਲਮ ਖਾਓ ਪੀਓ ਐਸ਼ ਕਰੋ ਨੂੰ ਲੈ ਕੇ, ਤੇ ਤੁਸੀਂ ਵੀ 1 ਤਰੀਕ ਨੂੰ ਛੇਤੀ ਛੇਤੀ ਵਿਹਲੇ ਹੋ ਜਾਣਾ ਹੈ, ਪੌਪਕੌਰਨ ਲੈ ਕੇ ਕੋਲਡ ਡਰਿੰਕ ਲੈ ਕੇ ਜੋ ਹੈ ਆਪਣੇ ਘਰਾਂ ਦੇ ਨੇੜਲੇ ਥੀਏਟਰਸ ਦੇ ਵਿੱਚ ਪਹੁੰਚ ਜਾਣਾ ਤੇ ਫਿਲਮ ਨੂੰ ਦੇਖ ਕੇ ਖੂਬ ਸਾਰਾ ਪਿਆਰ ਦੇਣਾ, ਕਿਉਂਕਿ ਫਿਲਮ ਦੇ ਵਿੱਚ ਇੰਨਾ ਕੁ ਤੁਹਾਨੂੰ ਮਖੌਲ ਇੰਨਾ ਕੁ ਹਾਸਾ ਵੇਖਣ ਨੂੰ ਮਿਲੇਗਾ ਕਿ ਤੁਹਾਡੇ ਢਿੱਡੀ ਜੋ ਹੈ ਪੀੜਾ ਪੈ ਜਾਣਗੀਆਂ।